BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਡੋਨਾਲਡ ਟਰੰਪ ਦੂਜੀ ਵਾਰ ਬਣੇ ਅਮਰੀਕਾ ਦੇ ਰਾਸ਼ਟਰਪਤੀ, ਚੋਣਾਂ ਵਿੱਚ ਕਮਲਾ ਹੈਰਿਸ ਨੂੰ ਦਿੱਤੀ ਮਾਤ। ਓਨਟਾਰੀਓ ਸਿਟੀ ਸਕੂਲਾਂ, ਪੂਜਾ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ਤੇ ਪਾਬੰਦੀ ਲਗਾਉਣ ਲਈ ਬਾਇਲਾਅਜ਼ ਤੇ ਕਰ ਰਹੀ ਹੈ ਵਿਚਾਰ। ਨੇਤਨਯਾਹੂ ਨੇ ਭਰੋਸੇ ਦੇ ਸੰਕਟ ਦਾ ਹਵਾਲਾ ਦਿੰਦੇ ਹੋਏ ਚੱਲ ਰਹੇ ਸੰਘਰਸ਼ਾਂ ਦੇ ਵਿਚਕਾਰ ਰੱਖਿਆ ਮੰਤਰੀ ਗੈਲੈਂਟ ਨੂੰ ਕੀਤਾ ਬਰਖਾਸਤ। ਟਰੰਪ ਦੀ ਜਿੱਤ ਤੇ ਅਮਰੀਕਾ ਦੇ ਸ਼ੇਅਰ ਅਤੇ ਬਿਟਕੋਇਨ ਉੱਚ ਪੱਧਰ ਤੇ ਪਹੁੰਚੇ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਹੁਣ ਵਾਈਟ ਹਾਊਸ ਪਰਤਣਗੇ। ਇਸ ਹਾਲੀਆ ਚੋਣ ਵਿੱਚ ਡੈਮੋਕ੍ਰੈਟਿਕ ਉਪ ਰਾਸ਼ਟਰਪਤੀ ਕਮਲਾ ਹੈਰਿਸ ਉੱਤੇ ਟਰੰਪ ਦੀ ਜਿੱਤ ਹਾਲ ਹੀ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਤਿੱਖੀ ਅਤੇ ਵਿਵਾਦਪੂਰਨ ਰਹੀ ਹੈ। ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਉਹਨਾਂ ਦਾ ਰਾਜਨੀਤਿਕ ਕੈਰੀਅਰ ਖਤਮ ਹੋ ਗਿਆ ਹੈ, ਖਾਸ ਤੌਰ ਤੇ ਗੜਬੜ ਅਤੇ ਹਿੰਸਾ ਤੋਂ ਬਾਅਦ, ਜਿਸ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਟਰੰਪ ਦੇ ਪਹਿਲੇ ਕਾਰਜਕਾਲ ਦੇ ਅੰਤ ਨੂੰ ਚਿੰਨ੍ਹਿਤ ਕੀਤਾ। ਪਰ ਇਹ ਜਿੱਤ ਟਰੰਪ ਲਈ ਸ਼ਾਨਦਾਰ ਵਾਪਸੀ ਨੂੰ ਦਰਸਾਉਂਦੀ ਹੈ, ਜੋ ਇਹ ਵੀ ਦਰਸਾਉਂਦੀ ਹੈ ਕਿ ਡੋਨਾਲਡ ਟਰੰਪ ਕੋਲ ਅਜੇ ਵੀ ਮਜ਼ਬੂਤ ਸਮਰਥਨ ਅਤੇ ਪ੍ਰਭਾਵ ਹੈ। ਚੋਣਾਂ ਦੀ ਇਹ ਦੌੜ ਖਤਮ ਹੋਣ ਤੋਂ ਘੰਟੇ ਪਹਿਲਾਂ ਹੀ ਟਰੰਪ ਨੇ ਆਪਣੇ ਸਮਰਥਕਾਂ ਨੂੰ ਜਿੱਤ ਦਾ ਐਲਾਨ ਕਰ ਦਿੱਤਾ ਸੀ, ਜਿੱਥੇ ਦਾਅਵਾ ਕੀਤਾ ਗਿਆ ਕਿ ਉਸਨੇ ਇੱਕ ਬੇਮਿਸਾਲ ਅਤੇ ਸ਼ਕਤੀਸ਼ਾਲੀ ਫਤਵਾ ਜਿੱਤਿਆ ਹੈ। ਦੱਸਦੇ ਕਿ ਰਿਪਬਲਿਕਨ ਉਮੀਦਵਾਰ ਟਰੰਪ ਨੇ ਪੈਂਸਿਲਵੇਨੀਆ, ਜਾਰਜੀਆ, ਮਿਸ਼ੀਗਨ ਅਤੇ ਵਿਸਕੌਨਸਿਨ ਦੇ ਨਾਜ਼ੁਕ ਯੁੱਧ ਦੇ ਮੈਦਾਨ ਵਾਲੇ ਰਾਜਾਂ ਨੂੰ ਹੁੰਜਣ ਤੋਂ ਬਾਅਦ ਹੈਰਿਸ ਲਈ 224 ਦੇ ਮੁਕਾਬਲੇ 292 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ ਹਨ, ਜਿੱਥੇ ਰਾਸ਼ਟਰਪਤੀ ਬਣਨ ਲਈ 538 ਵਿੱਚੋਂ ਘੱਟੋ-ਘੱਟ 270 ਇਲੈਕਟੋਰਲ ਵੋਟਾਂ ਦੀ ਲੋੜ ਹੁੰਦੀ ਹੈ। ਕਾਬਿਲ-ਗੌਰ ਹੈ ਕਿ ਟਰੰਪ ਦੀ ਜਿੱਤ ਨੇ ਦੇਸ਼ ਨੂੰ ਇੱਕ ਅਨਿਸ਼ਚਿਤ ਨਵੇਂ ਯੁੱਗ ਵਿੱਚ ਧੱਕ ਦਿੱਤਾ ਹੈ, ਕਿਉਂਕਿ ਟਰੰਪ ਇੱਕ ਅਜਿਹੇ ਰਾਸ਼ਟਰਪਤੀ ਹਨ ਜਿਸ ਉੱਤੇ ਕਮਾਂਡਰ ਇਨ ਚੀਫ ਇੱਕ ਦੋਸ਼ੀ ਠਹਿਰਾਇਆ ਗਿਆ ਅਪਰਾਧੀ ਹੈ, ਜਿਸਨੇ ਪਿਛਲੀਆਂ ਚੋਣਾਂ ਵਿੱਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਅਤੇ ਦੂਜਾ ਜਿਸ ਦੇ ਸਾਬਕਾ ਚੀਫ ਆਫ ਸਟਾਫ ਅਤੇ ਆਲੋਚਕਾਂ ਨੇ ਟਰੰਪ ਨੂੰ ਫਾਸ਼ੀਵਾਦੀ ਕਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਚੋਣ ਦੀ ਨਿਰਣਾਇਕ ਜਿੱਤ ਦੀ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ, ਜਿਸ ਨਾਲ ਉਹ ਵਧਾਈ ਦੇਣ ਵਾਲੇ ਵਿਸ਼ਵ ਆਗੂਆਂ ਦੀ ਲਿਸਟ ਵਿੱਚ ਸ਼ਾਮਲ ਹੋ ਗਏ। ਟਰੂਡੋ ਨੇ ਐਕਸ ਤੇ ਟਵੀਟ ਕਰਦੇ ਹੋਏ ਲਿਖਿਆ, ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਦਾ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈ। ਇਸ ਤੋਂ ਅੱਗੇ ਉਹਨਾਂ ਨੇ ਲਿਖਿਆ, ਕੈਨੇਡਾ ਅਮਰੀਕਾ ਦੀ ਦੋਸਤੀ ਤੋਂ ਦੁਨੀਆ ਈਰਖਾ ਕਰਦੀ ਹੈ। ਮੈਂ ਜਾਣਦਾ ਹਾਂ ਕਿ ਰਾਸ਼ਟਰਪਤੀ ਟਰੰਪ ਅਤੇ ਮੈਂ ਸਾਡੇ ਦੋਵਾਂ ਦੇਸ਼ਾਂ ਲਈ ਵਧੇਰੇ ਮੌਕਿਆਂ ਤੇ ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਆਫੀਸ਼ੀਅਲ ਬਿਆਨ ਵੀ ਜਾਰੀ ਕੀਤਾ, ਜਿਸ ਵਿੱਚ ਉਹਨਾਂ ਨੇ ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੈਨੇਡਾ ਅਤੇ ਅਮਰੀਕਾ ਨੇ ਮਿਲ ਕੇ ਜੋ ਕੰਮ ਕੀਤੇ ਉਹਨਾਂ ਨੂੰ ਉਜਾਗਰ ਕੀਤਾ। ਟਰੂਡੋ ਨੇ ਇਸ ਦੌਰਾਨ ਮੁੱਖ ਪ੍ਰਾਪਤੀਆਂ ਵਿੱਚੋਂ ਇੱਕ, ਜਿਸ ਦਾ ਉਹਨਾਂ ਨੇ ਇਸ਼ਾਰਾ ਕੀਤਾ ਕਿ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ, ਜਿਸ ਨੂੰ CUSMA ਕਿਹਾ ਜਾਂਦਾ ਹੈ, ਕੈਨੇਡਾ US ਅਤੇ ਮੈਕਸੀਕੋ ਵਿਚਕਾਰ ਵਪਾਰਕ ਸਮਝੌਤਾ ਦੀ ਸਫਲ ਗੱਲਬਾਤ ਰਹੀ ਹੈ। ਦੱਸਦੇ ਕਿ ਇਸ ਸਮਝੌਤੇ ਨੇ NAFTA ਦੀ ਥਾਂ ਲੈ ਲਈ, ਜਿਸ ਵਿੱਚ 3 ਦੇਸ਼ਾਂ ਵਿਚਕਾਰ ਵਪਾਰ ਨੂੰ ਨਿਰਵਿਘਨ ਅਤੇ ਨਿਰਪੱਖ ਰੱਖਣ ਵਿੱਚ ਇਸ ਸਮਝੌਤੇ ਨੇ ਮਦਦ ਕੀਤੀ। ਬਾਅਦ ਵਿੱਚ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ ਕਿ ਟਰੰਪ ਲਈ ਨਿਰਣਾਇਕ ਜਿੱਤ ਤੋਂ ਬਾਅਦ ਦੋਵੇਂ ਧਿਰਾਂ ਨਾਰਥ ਅਮਰੀਕਾ ਦੇ ਆਰਥਿਕ ਮੌਕਿਆਂ ਨੂੰ ਮਜ਼ਬੂਤ ਕਰਨ ਅਤੇ ਖੇਤਰ ਨੂੰ ਵਿਸ਼ਵ ਭਰ ਵਿੱਚ ਮੌਜੂਦ ਵੱਖ-ਵੱਖ ਚੁਣੌਤੀਆਂ ਤੋਂ ਬਚਾਉਣ ਲਈ ਯਤਨਸ਼ੀਲ ਰਹਿਣਗੀਆਂ। ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਨਿਰਣਾਇਕ ਜਿੱਤ ਦੇ ਮੱਦੇਨਜ਼ਰ ਬੀਤੇ ਦਿਨ ਤੋਂ ਹੀ ਕੈਨੇਡਾ ਜਾਣ ਬਾਰੇ US ਸਰਚ ਇੰਜਨ ਦੇ ਸਵਾਲਾਂ ਵਿੱਚ ਵਾਧਾ ਦੇਖਿਆ ਗਿਆ ਹੈ। ਗੂਗਲ ਦੇ ਅਨੁਸਾਰ ਮੂਵ ਟੂ ਕੈਨੇਡਾ ਦੀ ਸਰਚ ਮੰਗਲਵਾਰ ਰਾਤ ਤੋਂ ਹੀ ਉੱਪਰ ਵੱਲ ਵਧਣੀ ਸ਼ੁਰੂ ਹੋ ਗਈ, ਜਦੋਂ ਤੋਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ, ਅਤੇ ਰਾਤੋਂ ਰਾਤ ਇਹ ਸਰਚ ਹੋਰ ਵੀ ਜ਼ਿਆਦਾ ਵੱਧ ਗਈ ਅਤੇ ਬੀਤੇ ਦਿਨ ਸਵੇਰੇ 6 ਵਜੇ ਦੇ ਆਸ-ਪਾਸ ਇਹ ਸਿਖਰ ਤੇ ਪਹੁੰਚ ਗਈ, ਜਦੋਂ ਲੋਕਾਂ ਨੂੰ ਟਰੰਪ ਦੀ ਜਿੱਤ ਬਾਰੇ ਪਤਾ ਲੱਗਿਆ। ਖਬਰਾਂ ਮੁਤਾਬਕ ਵਰਮੌਂਟ, ਮੇਨ, ਨਿਊ ਹੈਂਪਸ਼ਾਇਰ, ਓਰੇਗਨ ਅਤੇ ਮਿਨੇਸੋਟਾ ਰਾਜਾਂ ਵਿੱਚ, ਜਿੱਥੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜਿੱਤ ਪ੍ਰਾਪਤ ਕੀਤੀ, ਵਿੱਚ ਖੋਜ ਦੀ ਦਿਲਚਸਪੀ ਸਭ ਤੋਂ ਵੱਧ ਦੇਖੀ ਗਈ ਹੈ। ਇਹਨਾਂ ਵਿੱਚੋਂ ਹੋਰ ਸੰਬੰਧਿਤ ਖੋਜਾਂ ਵਿੱਚ ਅਮਰੀਕਾ ਤੋਂ ਕੈਨੇਡਾ ਕਿਵੇਂ ਆਵਾਜ਼ ਕਰ ਸਕਦੇ ਹਾਂ, ਕੈਨੇਡਾ ਵਿੱਚ ਰਹਿਣ ਲਈ ਸਭ ਤੋਂ ਵਧੀਆ ਥਾਂ ਅਤੇ ਕੈਨੇਡਾ ਦਾ ਵੀਜ਼ਾ ਕਿਵੇਂ ਪ੍ਰਾਪਤ ਕਰਨਾ ਹੈ ਸ਼ਾਮਲ ਹਨ। ਗੂਗਲ ਮੁਤਾਬਕ ਕੁਝ ਹੋਰ ਦੇਸ਼ਾਂ ਨੇ ਵੀ ਅਮਰੀਕਾ ਦੇ ਨਿਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਕਿਤੇ ਹੋਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। US ਉਪਭੋਗਤਾਵਾਂ ਨੇ ਆਸਟ੍ਰੇਲੀਆ, ਸਵਿਟਜ਼ਰਲੈਂਡ, ਡੈਨਮਾਰਕ ਅਤੇ ਨਾਰਵੇ ਜਾਣ ਦੇ ਤਰੀਕਿਆਂ ਦੀ ਵੀ ਖੋਜ ਕੀਤੀ। ਦੱਸਦੀ ਕਿ ਇਹਨਾਂ ਖੋਜਾਂ ਵਿੱਚ ਵਾਧਾ ਇਸ ਲਈ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਟਰੰਪ ਨੇ ਚੋਣਾਂ ਦੌਰਾਨ ਇਮੀਗ੍ਰੇਸ਼ਨ ਅਤੇ ਅਮਰੀਕੀ ਸਰਹੱਦੀ ਸੁਰੱਖਿਆ ਤੇ ਸਖਤ ਰੁਖ ਅਪਣਾਉਣ ਦਾ ਵਾਅਦਾ ਕੀਤਾ ਹੈ। ਉੱਥੇ ਕੈਨੇਡਾ ਨੇ ਪਿਛਲੇ ਕੁਝ ਸਾਲਾਂ ਤੋਂ ਇੱਕ ਕੱਟੜਪੰਥੀ ਤਬਦੀਲੀ ਵਿੱਚ ਸਵੀਕਾਰ ਕਰਨ ਦੀ ਯੋਜਨਾ ਬਣਾ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾ ਦਿੱਤਾ ਹੈ। ਕੁਝ ਉਤਪਾਦਾਂ ਵਿੱਚ ਮੈਟਲ ਦੇ ਟੁਕੜੇ ਪਾਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਦਰਜਨਾਂ ਪ੍ਰਸਿੱਧ ਬ੍ਰੈਡ ਦੇ ਬ੍ਰਾਂਡਸ ਨੂੰ ਰਿਕਾਲ ਕੀਤਾ ਗਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ CFIA ਦੇ ਮੁਤਾਬਕ ਕੰਟਰੀ ਹਾਰਵੈਸਟ, ਇਟਾਲੀਆਨੋ, ਗ੍ਰੇਟ ਵੈਲਿਊ, ਪ੍ਰੈਜ਼ੀਡੈਂਟਸ ਚੁਆਇਸ ਅਤੇ ਨੋ ਨੇਮ ਰਿਕਾਲ ਨੋਟਿਸ ਵਿੱਚ ਸ਼ਾਮਲ ਕੀਤੇ ਗਏ ਪ੍ਰਸਿੱਧ ਬ੍ਰਾਂਡਸ ਹਨ। ਇਸ ਰਿਕਾਲ ਵਿੱਚ ਵਾਈਟ ਅਤੇ ਬ੍ਰਾਊਨ ਬ੍ਰੈਡ, ਡੈਲੀ, ਹੈਮਬਰਗਰ ਅਤੇ ਹੌਟ ਡੌਗ ਬਨ ਦੀਆਂ ਕਿਸਮਾਂ ਸ਼ਾਮਲ ਹਨ। ਦੱਸਦੇ ਕਿ CFIA ਨੇ ਰਿਕਾਲ ਨੋਟਿਸ ਵਿੱਚ ਚੇਤਾਵਨੀ ਦਿੱਤੀ ਹੈ ਕਿ ਪ੍ਰਭਾਵਿਤ ਉਤਪਾਦਾਂ ਦੀ ਵਰਤੋਂ, ਵਿਕਰੀ, ਸਰਵ ਜਾਂ ਡਿਸਟ੍ਰੀਬਿਊਟ
ਡਿਸਟ੍ਰੀਬਿਊਟ ਨਾ ਕਰੋ। ਜਾਣਕਾਰੀ ਮੁਤਾਬਕ ਇਹਨਾਂ ਪ੍ਰਭਾਵਿਤ ਉਤਪਾਦਾਂ ਨੂੰ ਓਨਟਾਰੀਓ, ਕਬੈਕ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਭੇਜਿਆ ਗਿਆ ਹੈ। ਫਿਲਹਾਲ ਇਹ ਅਸਪਸ਼ਟ ਹੈ ਕਿ ਕੀ ਵਾਪਸ ਬੁਲਾਏ ਗਏ ਉਤਪਾਦਾਂ ਦੇ ਨਤੀਜੇ ਵਜੋਂ ਕੋਈ ਸੱਟਾਂ ਦੀ ਰਿਪੋਰਟ ਕੀਤੀ ਗਈ ਹੈ ਜਾਂ ਨਹੀਂ। ਜਿਵੇਂ ਕਿ ਬਰੈਂਪਟਨ, ਓਨਟਾਰੀਓ ਵਿੱਚ ਇੱਕ ਹਿੰਦੂ ਮੰਦਿਰ ਦੇ ਬਾਹਰ 2 ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਨਤੀਜਿਆਂ ਨਾਲ ਨਜਿੱਠ ਕੇ ਹਟਿਆ ਹੈ। ਓਨਟਾਰੀਓ ਦੇ ਹੋਰ ਸ਼ਹਿਰ ਵੀ ਅਜਿਹਾ ਸਥਾਨਕ ਕਾਨੂੰਨ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ ਜੋ ਸਕੂਲਾਂ, ਹਸਪਤਾਲਾਂ ਅਤੇ ਪੂਜਾ ਸਥਾਨਾਂ ਵਰਗੀਆਂ ਸੰਸਥਾਵਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ ਤੇ ਪਾਬੰਦੀ ਲਗਾਉਣਗੇ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਹੈ ਕਿ ਉਹ ਹਿੰਦੂ ਸਭਾ ਮੰਦਿਰ ਦੇ ਬਾਹਰ ਇਸ ਐਤਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਕਾਰਨ ਹਿੰਸਾ ਭੜਕਣ ਤੋਂ ਬਾਅਦ ਸਿਟੀ ਕੌਂਸਲ ਕੋਲ ਅਜਿਹੇ ਬਾਇਲਾਅਜ਼ ਤੇ ਵਿਚਾਰ ਕਰਨ ਲਈ ਪ੍ਰਸਤਾਵ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਸਿੱਖ ਵੱਖਵਾਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਸੀ ਜੋ ਖਾਲਿਸਤਾਨ ਨਾਮ ਦੀ ਇੱਕ ਸੁਤੰਤਰ ਰਾਸ਼ਟਰ ਦੀ ਮੰਗ ਕਰਦੇ ਹਨ, ਜਿੱਥੇ ਇਸ ਮਾਮਲੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਤੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸੋਮਵਾਰ ਰਾਤ ਨੂੰ ਹੀ ਮੰਦਿਰ ਵਿੱਚ ਹਿੰਦੂਆਂ ਵੱਲੋਂ ਇੱਕ ਜਵਾਬੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਪੁਲਿਸ ਨੇ ਦੋਸ਼ ਲਗਾਇਆ ਕਿ ਭੀੜ ਵਿੱਚ ਕੁਝ ਹਥਿਆਰ ਲੈ ਕੇ ਪਹੁੰਚੇ ਸੀ ਅਤੇ ਆਉਣ ਜਾਣ ਵਾਲੇ ਲੋਕਾਂ ਤੇ ਚੀਜ਼ਾਂ ਸੁੱਟ ਰਹੇ ਸੀ। ਦੱਸਦੀਏ ਕਿ ਵਾਨ, ਓਨਟਾਰੀਓ ਦੀ ਗੁਆਂਢੀ ਮਿਊਨਿਸਪੈਲਿਟੀ ਵਿੱਚ ਸਿਟੀ ਕੌਂਸਲ ਨੇ ਜੂਨ ਵਿੱਚ ਸਰਬਸੰਮਤੀ ਨਾਲ ਇੱਕ ਅਜਿਹੇ ਹੀ ਬਾਇਲਾਅ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਕਮਜ਼ੋਰ ਸਮਾਜਿਕ ਬੁਨਿਆਦੀ ਢਾਂਚੇ ਦੇ 100 ਮੀਟਰ ਦੇ ਦਾਇਰੇ ਵਿੱਚ ਇੱਕ ਪਰੇਸ਼ਾਨੀ ਪੈਦਾ ਕਰਨ ਵਾਲੇ ਪ੍ਰਦਰਸ਼ਨ ਨੂੰ ਆਯੋਜਿਤ ਕਰਨ ਜਾਂ ਇਸ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾਈ ਗਈ, ਜਿਵੇਂ ਕਿ ਪੂਜਾ ਸਥਾਨ, ਸਕੂਲ, ਬੱਚਿਆਂ ਦੀ ਦੇਖਭਾਲ ਦਾ ਕੇਂਦਰ ਜਾਂ ਹਸਪਤਾਲ। ਬੀਤੇ ਵੀਰਵਾਰ ਨੂੰ ਹੈਲੀਫੈਕਸ ਟ੍ਰਾਂਜ਼ਿਟ ਬੱਸ ਦੀ ਟੱਕਰ ਨਾਲ 24 ਸਾਲਾ ਸਤਿੰਦਰ ਕੌਰ ਦੀ ਮੌਤ ਹੋਣ ਤੋਂ ਬਾਅਦ ਮੈਰੀਟਾਈਮ ਸਿੱਖ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸਤਿੰਦਰ ਕੌਰ 3 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਅਤੇ ਹਾਲ ਹੀ ਵਿੱਚ ਉਸਨੇ ਆਪਣੀ PR ਹਾਸਲ ਕੀਤੀ ਸੀ ਅਤੇ ਉਹ ਅਕਸਰ ਆਪਣੇ ਪਤੀ ਨਾਲ ਹੈਲੀਫੈਕਸ ਵਿੱਚ ਸਿੱਖ ਗੁਰਦੁਆਰਾ ਸਾਹਿਬ ਵਿੱਚ ਜਾਂਦੀ ਸੀ। ਇਸ ਦੌਰਾਨ ਮੈਰੀਟਾਈਮ ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਸਤਿੰਦਰ ਕੌਰ ਨੂੰ ਕਈ ਵਾਰ ਮਿਲੇ ਹਨ। ਉਹਨਾਂ ਨੂੰ ਉਮੀਦ ਸੀ ਕਿ ਉਹ ਦੀਵਾਲੀ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਉਸ ਦਿਨ ਵੀ ਗੁਰਦੁਆਰਾ ਸਾਹਿਬ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਸਤਿੰਦਰ ਦੀ ਮੌਤ ਹੈਲੀਫੈਕਸ ਵਿੱਚ ਸਿੱਖ ਭਾਈਚਾਰੇ ਨੂੰ ਹਿਲਾ ਦੇਣ ਵਾਲੀ ਤਾਜ਼ਾ ਤਰਾਸਦੀ ਵਜੋਂ ਸਾਹਮਣੇ ਆਈ ਹੈ, ਜਿੱਥੇ ਭਾਈਚਾਰਾ ਅਜੇ 19 ਸਾਲਾ ਗੁਰਸਿਮਰਨ ਕੌਰ ਦੀ ਮੌਤ ਦੇ ਸੋਗ ਤੋਂ ਹੀ ਨਹੀਂ ਉਭਰਿਆ ਸੀ, ਜਿਸ ਨੂੰ ਉਸ ਦੀ ਮਾਂ ਨੇ 19 ਅਕਤੂਬਰ ਨੂੰ ਹੈਲੀਫੈਕਸ ਵਿੱਚ ਵਾਲਮਾਰਟ ਵਿੱਚ ਵਾਕ-ਇਨ ਓਵਨ ਵਿੱਚ ਪਾਇਆ ਸੀ। ਜਾਣਕਾਰੀ ਮੁਤਾਬਕ ਅਜੇ ਤੱਕ ਗੁਰਸਿਮਰਨ ਕੌਰ ਦੇ ਅੰਤਿਮ ਸੰਸਕਾਰ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਐਵ ਗੈਲੈਂਟ ਨੂੰ ਮਹੱਤਵਪੂਰਨ ਪਾੜਿਆ ਤੇ ਉਹਨਾਂ ਵਿਚਕਾਰ ਵਿਸ਼ਵਾਸ ਦੇ ਸੰਕਟ ਦਾ ਹਵਾਲਾ ਦਿੰਦੇ ਹੋਏ ਬਰਖਾਸਤ ਕਰ ਦਿੱਤਾ ਹੈ। ਇਹ ਹੈਰਾਨੀਜਨਕ ਕਦਮ ਉਦੋਂ ਸਾਹਮਣੇ ਆਇਆ ਹੈ ਜਦੋਂ ਇਜ਼ਰਾਈਲ ਗਾਜ਼ਾ ਵਿੱਚ ਚੱਲ ਰਹੇ ਯੁੱਧ ਸਮੇਤ ਕਈ ਖੇਤਰੀ ਸੰਘਰਸ਼ਾਂ ਵਿੱਚ ਰੁੱਝਿਆ ਹੋਇਆ ਹੈ। ਹਾਲਾਂਕਿ ਨੇਤਨਯਾਹੂ ਅਤੇ ਗੈਲੈਂਟ ਇੱਕ ਸਾਬਕਾ ਜਨਰਲ ਜੋ ਉਸ ਦੀ ਮਜ਼ਬੂਤ ਸਿੱਧੀ ਪਹੁੰਚ ਲਈ ਜਾਣਿਆ ਜਾਂਦਾ ਹੈ, ਯੁੱਧ ਨੂੰ ਸੰਭਾਲਣ ਤੇ ਅਸਹਿਮਤ ਹਨ ਅਤੇ ਨੇਤਨਯਾਹੂ ਨੇ ਪਹਿਲਾਂ ਉਸ ਨੂੰ ਬਰਖਾਸਤ ਕਰਨ ਤੋਂ ਆਪਣਾ ਰੁਖ ਬਦਲ ਲਿਆ ਸੀ। ਇਸ ਦੌਰਾਨ ਗੈਲੈਂਟ ਨੇ ਕਿਹਾ ਕਿ ਇਜ਼ਰਾਈਲ ਦੀ ਸੁਰੱਖਿਆ ਉਸ ਦਾ ਜੀਵਨ ਭਰ ਦਾ ਮਿਸ਼ਨ ਹੈ। ਹੁਣ ਇਜ਼ਰਾਈਲ ਦੇ ਵਿਦੇਸ਼ ਮੰਤਰੀ ਕੈਟਸ ਨੇਤਨਯਾਹੂ ਦੇ ਨਜ਼ਦੀਕੀ ਸਹਿਯੋਗੀ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣਗੇ, ਜਿਸ ਦੇ ਨਾਲ ਗਿਡੀਅਨ ਸਾਰ ਵਿਦੇਸ਼ੀ ਮਾਮਲਿਆਂ ਦੀ ਭੂਮਿਕਾ ਸੰਭਾਲਣਗੇ। ਪਾਕਿਸਤਾਨ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੁਆਰਾ ਵਿਰੋਧ ਕੀਤੇ ਗਏ ਇੱਕ ਹੰਗਾਮੇ ਵਾਲੇ ਸੰਸਦੀ ਸੈਸ਼ਨ ਵਿੱਚ ਇੱਕ ਕਾਨੂੰਨ ਵਿੱਚ ਇੱਕ ਸੋਧ ਕੀਤੀ ਜੋ ਹਥਿਆਰਬੰਦ ਬਲਾਂ ਦੇ ਮੁਖੀਆਂ ਦੀ ਮਿਆਦ 3 ਤੋਂ 5 ਸਾਲ ਤੱਕ ਵਧਾਏਗਾ। ਖਬਰਾਂ ਮੁਤਾਬਕ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਸਮੇਤ ਕਮਾਂਡਰਾਂ ਦੀ ਮਿਆਦ ਵਧਾਉਣ ਨਾਲ ਇਮਰਾਨ ਖਾਨ ਅਤੇ ਉਸ ਦੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗੇਗਾ ਜੋ ਉਸ ਦੇ ਪਤਨ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਦੇ ਉਪਾਅ ਜੋ ਇਮਰਾਨ ਖਾਨ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਕਰਦੇ ਹਨ, ਜਿਸ ਨੇ ਫਰਵਰੀ ਵਿੱਚ ਚੋਣਾਂ ਤੋਂ ਬਾਅਦ ਸੱਤਾ ਸੰਭਾਲੀ ਸੀ, ਦਾ ਉਦੇਸ਼ ਸ਼ਕਤੀਸ਼ਾਲੀ ਫੌਜੀ ਹਸਤੀਆਂ ਤੋਂ ਸਮਰਥਨ ਪ੍ਰਾਪਤ ਕਰਨਾ ਹੋ ਸਕਦਾ ਹੈ। ਡੋਨਾਲਡ ਟਰੰਪ ਇੱਕ ਇਤਿਹਾਸਕ ਜਿੱਤ ਵਿੱਚ ਅਮਰੀਕੀ ਸ਼ੇਅਰਸ ਨੇ ਵਾਲ ਸਟਰੀਟ ਤੇ ਰਿਕਾਰਡ ਉਚਾਈ ਨੂੰ ਹਿੱਟ ਕੀਤਾ ਅਤੇ ਡਾਲਰ ਨੇ 8 ਸਾਲਾਂ ਵਿੱਚ ਆਪਣਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ। ਖਬਰਾਂ ਮੁਤਾਬਕ ਵੋਲਾਟਾਈਲ ਕ੍ਰਿਪਟੋ ਕਰੰਸੀ ਨੂੰ ਤਰਜੀਹ ਦੇਣ ਦੇ ਟਰੰਪ ਦੇ ਚੋਣ ਵਾਅਦੇ ਤੋਂ ਬਾਅਦ ਬਿਟਕੋਇਨ ਦੇ ਪੱਧਰ ਵਿੱਚ ਵੀ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ। ਇਸ ਦੌਰਾਨ ਨਿਵੇਸ਼ਕ ਸੱਟੇਬਾਜ਼ੀ ਕਰ ਰਹੇ ਹਨ ਕਿ ਟੈਕਸਾਂ ਵਿੱਚ ਕਟੌਤੀ ਅਤੇ ਟੈਰਿਫ ਵਧਾਉਣ ਦੀ ਟਰੰਪ ਦੀ ਯੋਜਨਾ ਮਹਿੰਗਾਈ ਨੂੰ ਵਧਾਏਗੀ ਅਤੇ ਵਿਆਜ ਦਰਾਂ ਵਿੱਚ ਕਟੌਤੀ ਦੀ ਗਤੀ ਨੂੰ ਘਟਾ ਦੇਵੇਗੀ। ਰਿਪੋਰਟ ਮੁਤਾਬਕ ਲੰਬੇ ਸਮੇਂ ਲਈ ਉੱਚੀਆਂ ਦਰਾਂ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਬਚਤ ਅਤੇ ਨਿਵੇਸ਼ ਤੇ ਬਿਹਤਰ ਰਿਟਰਨ ਮਿਲੇਗਾ ਜੋ ਉਹ ਡਾਲਰ ਵਿੱਚ ਰੱਖਦੇ ਹਨ। ਇਹ ਸੰਭਾਵਨਾ ਡਾਲਰ ਬੇਸਡ ਨਿਵੇਸ਼ਾਂ ਨੂੰ ਵਧੇਰੇ ਆਕਰਸ਼ਕ ਬਣਾਉਂਦੀ ਹੈ। ਗਲੋਬਲ ਮਾਰਕੀਟ ਤੇ ਮੁੱਖ US ਸਟਾਕ ਸੂਚਕਾਂਕ ਵਧੇ, ਖਾਸ ਕਰਕੇ ਬੈਂਕ ਸਟਾਕ, ਪੌਂਡ, ਯੂਰੋ ਅਤੇ ਯੇਨ ਦੇ ਮੁਕਾਬਲੇ ਡਾਲਰ 1.67% ਵਧਿਆ, ਜਿੱਥੇ ਡਾਲਰ ਦੇ ਮੁਕਾਬਲੇ ਪੌਂਡ 1.17% ਘਟਿਆ, ਜੋ ਕਿ ਅਗਸਤ ਤੋਂ ਬਾਅਦ ਸਭ ਤੋਂ ਘੱਟ ਰੇਟ ਦਰਜ ਕੀਤਾ ਗਿਆ। ਉੱਥੇ FTSE 100 ਸ਼ੁਰੂ ਵਿੱਚ ਵਧਿਆ ਪਰ ਥੋੜਾ ਹੇਠਾਂ ਬੰਦ ਹੋ ਗਿਆ। ਯੂਰੋ ਵਿੱਚ 1.8% ਦੀ ਗਿਰਾਵਟ ਆਈ, ਜਦੋਂ ਕਿ ਜਰਮਨੀ ਦੇ ਡੈਕਸ ਅਤੇ ਫਰਾਂਸ ਦੇ CAC 40 ਵਿੱਚ ਗਿਰਾਵਟ ਆਈ। ਰਿਪੋਰਟ ਮੁਤਾਬਕ ਜਾਪਾਨ ਦਾ ਨਿਕੇਈ ਸੂਚਕਾਂਕ 2.6% ਵਧਿਆ, ਪਰ ਚੀਨ ਦਾ ਸ਼ੰਘਾਈ ਕੰਪੋਜ਼ਿਟ ਥੋੜਾ ਡਿੱਗਿਆ ਅਤੇ ਹਾਂਗਕਾਂਗ ਦਾ ਹੈਂਗ ਸੈਂਗ 2.23% ਘਟਿਆ।
ਬੁਲੇਟਿਨ ਦੇ ਵਿੱਚ ਅੱਜ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।